ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਇਹ ਐਡਾ ਬੜਾ ਸਮਾਗਮ ਚੱਲ ਰਿਹਾ ਹੈ ਤੇ ਮੇਰੇ ਵੀ ਵੀਰ ਜੀ ਸਾਡੇ ਨਾਲ ਮਿਲੇ ਆ। ਤੇ ਵੀਰ ਜੀ ਆਪਾਂ ਗੱਲ ਕਰੀਏ ਕਿ ਤੁਸੀਂ ਕਿਹੜੀ ਜਗ੍ਹਾ ਤੋਂ? ਮੈਂ ਜੀ ਲੁਧਿਆਣੇ ਤੋਂ ਹੈਗਾ ਜੀ। ਸੋ ਅਸੀਂ ਜੋ ਕੁਝ ਚੱਲ ਰਿਹਾ ਅੱਜ ਤੱਕ ਜਿਹੜਾ ਲੋਕਡਾਊਨ ਦੇ ਦੌਰਾਨ ਜੋ ਅਸੀਂ ਦੇਖਿਆ ਕਿ ਲੱਖਾਂ ਕਿਸਾਨ ਜਿਹੜੇ ਸੜਕਾਂ ਤੇ ਨੇ, ਚਾਹੇ ਉਹ ਪੰਜਾਬ ਆ, ਹਰਿਆਣਾ, ਯੂਪੀ ਆ, ਗੁਜਰਾਤ, ਕੇਰਲ ਤੋਂ ਆਏ ਨੇ, ਐਮਪੀ ਤੋਂ ਆਏ ਆ। ਸੋ ਉਹ ਸਾਰਿਆਂ ਦੀਆਂ ਕੁਝ ਪ੍ਰੋਬਲਮਸ ਹੈਗੀਆਂ ਜਿਹੜੀਆਂ ਕਿ ਇੱਕ ਅੰਦੋਲਨ, ਜਨ ਅੰਦੋਲਨ ਦਾ ਰੂਪ ਲੈ ਗਈਆਂ। ਸੋ ਅਸੀਂ ਵੀ ਉਹਦੇ ਵਿੱਚ ਆਪਣਾ ਭਾਗ ਲੈ ਰਹੇ ਹਾਂ, ਕਿਉਂਕਿ ਇਹ ਇਕੱਲਾ ਕਿਸਾਨਾਂ ਦਾ ਨਹੀਂ ਹੈਗਾ। ਜਿਹੜਾ ਤੀਜਾ ਬਿੱਲ ਆ ਅਨਲਿਮਿਟਿਡ ਸਟੋਰੇਜ ਵਾਲਾ, ਉਹ ਬਿੱਲ ਆਮ ਲੋਕਾਂ ਨੂੰ ਇੰਪੈਕਟ ਕਰੇਗਾ। ਕਿਉਂਕਿ ਜਿਹੜਾ ਪੈਂਡੇਮਿਕ ਇਹ ਦੱਸਦੇ ਸੀ ਕਰੋਨਾ, ਉਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਇਹ ਕਿਸਾਨ ਹੀ ਸੀਗੇ ਜਿਹੜੇ ਕਿ 90 ਦਿਨ ਆਮ ਲੋਕ ਘਰ ਹੀ ਰਹੇ ਨੇ। ਆਮ ਲੋਕ ਘਰਾਂ 'ਚ ਰਹੇ ਆ, ਇੰਡਸਟਰੀਆਂ ਬੰਦ ਰਹੀਆਂ, ਸਕੂਲ ਬੰਦ ਰਹੇ ਆ, ਪਰ ਕਿਸਾਨ ਸੀਗਾ ਜਿਹੜਾ ਕਿ ਆਪਣੀ ਫਸਲ ਨੂੰ ਕੱਟ ਕੇ ਹਾਰਵੈਸਟ ਕਰਕੇ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਿਹਾ ਸੀ। ਉਹ ਵੀ ਨਾਰਮਲ ਰੇਟ ਤੇ, ਕੰਟਰੋਲ ਰੇਟ ਤੇ। ਉਹਨਾਂ ਨੇ ਕੋਈ ਇਹ ਨਹੀਂ ਕੀਤਾ ਕਿ ਪੈਂਡੇਮਿਕ ਆ ਚਲੋ ਜੀ ਰੇਟ 10 ਗੁਣਾ ਕਰ ਦਿਓ। ਜੇ ਇਹੀ ਕਾਰਪੋਰੇਟ ਦੇ ਹੱਥ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਸੀ ਕਿਸੇ ਨੂੰ ਖਾਣ ਨੂੰ ਰੋਟੀ ਵੀ ਮਿਲਣੀ ਸੀਗੀ। ਸੋ ਇਹ ਤਾਂ ਹੋ ਗਈ ਇੱਕ ਗੱਲ ਕਿ ਜੋ ਅਸੀਂ ਕਰ ਰਹੇ, ਜੋ ਕਿਉਂ ਆ ਰਹੇ ਹਾਂ ਇੱਥੇ। ਇਹਦੇ ਨਾਲ ਨਾਲ ਹੁਣ ਦੇਖੋ ਕਿ ਕਿੰਨੀ ਵੱਡੀ ਇੱਕ ਜਿੱਤ ਹੈਗੀ ਆ। ਇਹ ਜਿੱਤ ਇਕੱਲੀ ਕਰੋਨਾ ਦੇ ਉੱਤੇ ਮੈਂ ਕਹੂੰਗਾ, ਹਲੇ ਕਰੋਨਾ ਤੇ ਆ ਕਿਉਂਕਿ ਬਿੱਲ ਜਿਹੜੇ ਐਕਟ ਬਣੇ ਆ ਉਹਨਾਂ ਨੂੰ ਤਾਂ ਵਾਪਸ ਕਰਾਉਣਾ। ਪਰ ਇਹ ਕੇਰਲ ਤੋਂ ਕਿਸਾਨ ਆਏ ਹੋਏ ਨੇ, ਕੇਰਲ ਤੋਂ ਕਿਸਾਨ ਆਏ ਨੇ, ਇਹਨਾਂ ਨੂੰ ਤੁਸੀਂ ਸੋ ਇਹ ਵੀ ਮਾਸਕ ਪਾ ਕੇ ਆਏ ਸੀ। ਜਦੋਂ ਇਹਨਾਂ ਨੇ ਇੱਥੇ ਆ ਕੇ ਦੇਖਿਆ ਕਿ ਕਿਸੇ ਨੇ ਮਾਸਕ ਨਹੀਂ ਪਾਇਆ, ਕੁਝ ਨਹੀਂ ਹੈ, ਸਾਰੇ ਇੱਕ ਆਜ਼ਾਦੀ ਦੇ ਨਾਲ ਆਪਣਾ ਟਾਈਮ ਸਪੈਂਡ ਕਰ ਰਹੇ ਆ, ਪ੍ਰੋਟੈਸਟ ਕਰ ਰਹੇ ਆ। ਸੋ ਇਹਨਾਂ ਨੇ ਵੀ ਮਾਸਕ ਛੱਡਤਾ। ਸੋ ਇਹਨਾਂ ਨੇ ਇਹ ਕਿਹਾ ਕਿ ਮੈਂ ਹੁਣ ਆਜ਼ਾਦ ਫੀਲ ਕਰ ਰਿਹਾ। ਤੇ ਮੈਂ ਇੱਕ ਤੁਹਾਡੀ ਗੱਲ ਟੋਕਾਂਗਾ। ਮੈਂ ਇੱਕ ਕੱਲ ਲੰਗਰ 'ਚ ਗੁਜ਼ਰ ਰਿਹਾ ਸੀ, ਪਰ ਉੱਥੇ ਜਿਹੜੇ ਬੰਦੇ ਮਾਸਕ ਲਾਏ ਹੋਏ ਸੀ ਉਹਨਾਂ ਨੂੰ ਲੰਗਰ ਤੋਂ ਜੇ ਉਹ ਕਹਿ ਰਹੇ ਸੀ ਵੀ ਮਾਸਕ ਜੇ ਤੁਸੀਂ ਲੰਗਰ ਛਕਣਾ ਤਾਂ ਮਾਸਕ ਉਤਾਰ ਕੇ ਛਕਣਾ, ਕਰੋਨਾ ਹੈ ਨਹੀਂ। ਤਾਂ ਤੁਸੀਂ ਇੱਕ ਜਿਹੜੀ ਵੈਕਸੀਨ ਦੀ ਗੱਲ ਚੱਲ ਰਹੀ ਹੈ ਉਹਦੇ ਬਾਰੇ ਸਰ, ਜਿਹੜਾ ਮਾਸਕ ਹੈਗਾ ਇੱਕ ਗੁਲਾਮੀ ਆ, ਕਹਿ ਲਓ ਕਿ ਇੱਕ ਡਰ ਫੈਲਾਉਣ ਦਾ, ਕਿ ਲੋਕੀ ਇੱਕ ਦੂਜੇ ਨੂੰ ਦੇਖ ਕੇ ਡਰੀ ਜਾਣ ਕਿ ਹਾਂ ਬਈ ਇਹਨੇ ਵੀ ਮਾਸਕ ਪਾਇਆ ਸ਼ਾਇਦ ਕਰੋਨਾ ਹੈਗਾ। ਉਹ ਇੱਕ ਇਲੂਜ਼ਨ ਜਿਹਾ ਕ੍ਰੀਏਟ ਕੀਤਾ ਹੋਇਆ। ਸੋ ਇਹਦੇ ਵਿੱਚ ਕੀ ਹੈ ਕਿ ਵੈਕਸੀਨ ਜਿਹੜੀ ਲੈ ਕੇ ਆ ਰਹੇ ਆ, ਹੁਣ 1960 ਦੇ ਵਿੱਚ ਸਾਨੂੰ ਕੀ ਕਰਿਆ ਸੀ, ਗ੍ਰੀਨ ਰੈਵੋਲੂਸ਼ਨ, ਹਰਿਤ ਕ੍ਰਾਂਤੀ ਦੇ ਨਾਮ ਤੇ ਅਲੱਗ-ਅਲੱਗ ਤਰ੍ਹਾਂ ਦੇ ਬੀਜ ਦਿੱਤੇ ਗਏ, ਜਿਹਦੇ ਵਿੱਚ ਜੈਨੇਟਿਕਲੀ ਮੋਡੀਫਾਈਡ ਸੀਡ ਵੀ ਆਏ। ਉਹਦੇ 'ਚ ਕੀ ਸੀਗਾ ਕਿ ਜਿਹੜੇ ਸਾਡੇ ਕੁਦਰਤੀ ਜਿਹੜੇ ਰਵਾਇਤੀ ਬੀਜ ਸੀਗੇ, ਟ੍ਰੈਡੀਸ਼ਨਲ ਜੋ ਪ੍ਰੈਕਟਿਸਿਸ ਚੱਲ ਰਹੀਆਂ ਸੀ, ਉਹ ਬੀਜਾਂ ਨੂੰ ਉਹਨਾਂ ਦੇ DNA ਦੇ ਨਾਲ ਛੇੜਛਾੜ ਕਰਕੇ ਉਹਨਾਂ ਨੂੰ ਹਾਈ ਯੀਲਡ ਵੈਰਾਈਟੀਜ਼ ਕਹਿ ਕੇ ਭੇਜਿਆ। ਤੇ ਹੁਣ ਕਰੋਨਾ ਦੀ ਵੈਕਸੀਨ ਲੈ ਕੇ ਸਾਨੂੰ ਇਹ ਕਹਿ ਰਹੇ ਕਿ ਹਾਈ ਯੀਲਡ ਤੇ ਹਾਈ ਇਮਿਊਨ। ਸੋ ਹਾਈ ਯੀਲਡ ਸੀਡ ਤੋਂ ਬਾਅਦ ਸਾਨੂੰ ਕੀ ਹੋਇਆ, ਪਿੰਡਾਂ ਦੇ ਵਿੱਚ ਰੋਕੋ ਕੈਂਸਰ ਦੀਆਂ ਬੱਸਾਂ ਚੱਲੀਆਂ। ਹੁਣ ਹਾਈ ਯੀਲਡ ਹਾਈ ਇਮਿਊਨ ਵੈਕਸੀਨ ਤੋਂ ਬਾਅਦ ਪਤਾ ਨਹੀਂ ਕੀ ਭਾਰਤ ਦੇ ਵਿੱਚ ਚੱਲਣਾ। ਸੋ ਇਹ ਏਜੰਡਾ ਜਿਹੜਾ ਹੈਗਾ ਨਿਊ ਵਰਲਡ ਆਰਡਰ WTO ਵੱਲੋਂ ਇਹ ਸਾਡੇ ਤੇ ਥੋਪਿਆ ਗਿਆ, WHO ਵੱਲੋਂ। ਭਾਰਤ ਸਰਕਾਰ ਕੀ ਸਾਰੀਆਂ ਸਰਕਾਰਾਂ, ਕਿਉਂਕਿ ਉਹਨਾਂ ਨੇ ਗੇਟ ਸਮਝੌਤਾ ਜਿਹੜਾ ਹੋਇਆ ਸੀਗਾ 1974 ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ ਲਿਖ ਕੇ ਦੇਤਾ ਸੀਗਾ, 1994 ਦੇ ਵਿੱਚ, ਤੇ 1994 ਦੇ ਵਿੱਚ ਇਹਨਾਂ ਦਾ ਜੋ ਵੀ ਇਹਨਾਂ ਨੇ ਸਾਈਨ ਕਰਿਆ ਸੀ ਭਾਰਤ ਸਰਕਾਰ ਨੇ। ਉਸ ਤੋਂ ਬਾਅਦ ਸਾਰੀਆਂ ਏਸ਼ੀਅਨ ਕੰਟਰੀਜ਼ ਨੇ ਸਾਈਨ ਕਰੇ ਸੀਗੇ। ਤੇ ਉਹ ਸਾਈਨ ਕਰਨ ਦੇ ਵਿੱਚ 2000 ਸ਼ਰਤਾਂ ਸੀਗੀਆਂ ਕਿ ਅਸੀਂ USA ਨੂੰ ਸੁਪਰੀਮ ਮੰਨਾਂਗੇ, ਕਿ ਉਹ ਜਿਹੜਾ ਵੀ ਲਾਅ ਪਾਸ ਕਰੂਗੀ ਸਾਨੂੰ ਮੰਨਣਾ ਪੈਣਾ। ਸਰਕਾਰਾਂ ਨੇ ਤਾਂ ਆਪਣੇ ਹੱਥ ਵੱਡੇ ਲੋਨ ਲੈਣ ਲਈ, ਕਿਉਂਕਿ ਵਰਲਡ ਬੈਂਕ ਤੋਂ ਇਹਨਾਂ ਨੇ ਫੰਡ ਲੈਣੇ ਸੀਗੇ। ਤਾਂ ਭਾਰਤ ਸਰਕਾਰ ਨੇ ਪਹਿਲਾਂ ਸਾਈਨ ਕੀਤੇ, ਇਹਨੂੰ ਦੇਖ ਕੇ ਸਾਰਿਆਂ ਨੇ ਸਾਈਨ ਕਰਤੇ, ਚਾਹੇ ਉਹ ਪਾਕਿਸਤਾਨ ਹੈ, ਚਾਹੇ ਉਹ ਜ਼ਿੰਬਾਬਵੇ ਹੈ, ਚਾਹੇ ਉਹ ਨਾਈਜੀਰੀਆ ਜਾਂ ਕੋਈ ਵੀ ABCD, ਸਾਰਿਆਂ ਨੇ। ਤਾਂ ਉਹ ਬਾਅਦ ਵਿੱਚ ਸਮਝੇ ਕਿ ਇਹਨਾਂ ਨੇ ਤਾਂ ਪੜ੍ਹੇ ਹੀ ਨਹੀਂ ਕਾਨੂੰਨ, ਇਹਨਾਂ ਨੇ ਤਾਂ ਉਹ ਸ਼ਰਤਾਂ ਪੜ੍ਹੀਆਂ ਹੀ ਨਹੀਂ। ਸੋ ਉਹ ਸ਼ਰਤਾਂ ਜਿਹੜੀਆਂ ਸੀਗੀਆਂ ਬਾਅਦ ਜਦੋਂ ਪਤਾ ਲੱਗੀਆਂ ਤਾਂ ਵੈਸਟ ਇੰਡੀਜ਼ ਵਰਗੀਆਂ ਹਾਲੇ ਵੀ ਉਹ ਪ੍ਰੋਟੈਸਟ ਕਰ ਰਹੇ ਆ ਇਹਦੇ ਅਗੇਂਸਟ ਕਿ WTO ਤੋਂ ਅਸੀਂ ਵੱਖ ਹੋਈਏ। ਸੋ ਸਾਨੂੰ ਭਾਰਤ ਸਰਕਾਰ ਤੋਂ ਕੋਈ ਉਹ ਨਹੀਂ ਹੈ, ਭਾਵੇਂ BJP ਹੁੰਦੀ ਅੱਜ ਹੈਗੀ ਆ, ਕੱਲ ਕਾਂਗਰਸ ਵੀ ਹੋ ਸਕਦੀ ਆ, ਉਹਨੇ ਵੀ ਇਹੀ ਕਰਨਾ। ਸੋ ਸਾਨੂੰ ਇਹ ਸਮਝਣ ਦੀ ਲੋੜ ਹੈ, ਸਾਨੂੰ ਇਹ ਇੱਕ ਪ੍ਰੋਟੈਸਟ ਜਨ ਅੰਦੋਲਨ ਬਣਾਉਣ ਦੀ ਲੋੜ ਹੈ WTO ਦੇ ਅਗੇਂਸਟ, ਕਿਉਂਕਿ ਉਹੀ ਨੇ ਜਿਹੜੇ ਵੈਕਸੀਨੇਸ਼ਨ ਥੋਪ ਰਹੇ ਆ, ਉਹੀ ਨੇ ਜਿਹੜੇ ਮਾਸਕ ਥੋਪ ਰਹੇ ਆ, ਉਹੀ ਨੇ ਜਿਹੜੇ ਆ ਕਾਲੇ ਕਾਨੂੰਨ ਥੋਪ ਰਹੇ ਨੇ। ਤੇ ਜੇ ਆਪਾਂ ਗੱਲ ਕਰ ਲਈ ਜਿਹੜੀ ਵੈਕਸੀਨ ਆਈ ਹੋਈ ਆ, ਇਹ ਵੈਕਸੀਨ ਸਾਡੇ ਵਾਸਤੇ ਕਿਆ ਅਸੀਂ ਇਸ ਚੀਜ਼ ਨੂੰ ਅਸੀਂ ਸੈਟੀਸਫਾਈ ਕਰ ਲਈਏ ਵੀ ਉਹ ਜਿਹੜੀ ਵੈਕਸੀਨ ਹੈ ਬਿਲਕੁਲ 100% ਕਲੀਅਰ ਹੈ, ਵਧੀਆ ਹੈ? ਸਰ ਦੇਖੋ, ਵਧੀਆ ਤਾਂ ਕਹੀਏ ਨਾ ਜੇ ਕਰੋਨਾ ਹੋਵੇ। ਤੁਸੀਂ ਇੱਥੇ ਦੇਖੋ ਹਜ਼ਾਰਾਂ ਕਿਸਾਨ ਜਿਹੜੇ ਨੇ, ਲੱਖਾਂ ਕਿਸਾਨ ਨੇ,
ਕਿਸੇ ਨੇ ਈਵਨ ਕਿਸਾਨ ਨਹੀਂ, ਇੱਥੇ ਆਮ ਲੋਕ ਵੀ ਨੇ ਦੂਜੇ ਸ਼ਹਿਰੀ, ਤਾਂ ਉਹ ਵੀ ਬਿਨਾਂ ਮਾਸਕ ਤੋਂ ਨੇ। ਸੋ ਇੱਥੇ ਕਿਸੇ ਨੂੰ ਕਰੋਨਾ ਨਹੀਂ ਹੋਇਆ। 90 ਦਿਨ ਤੋਂ ਕਿਸਾਨ ਪ੍ਰੋਟੈਸਟ ਕਰ ਰਿਹਾ ਸੜਕਾਂ ਦੇ ਉੱਤੇ। 60 ਦਿਨ ਉਹਨੇ ਪੰਜਾਬ ਹਰਿਆਣੇ 'ਚ ਕਰਿਆ, ਉਸ ਤੋਂ ਬਾਅਦ ਇੱਥੇ 40 ਦਿਨ ਆਲਮੋਸਟ ਹੋ ਚੱਲੇ ਨੇ, ਤੇ ਉਹਨਾਂ ਨੂੰ ਕਿਸੇ ਨੂੰ ਨਹੀਂ ਹੋਇਆ। ਈਵਨ ਮੈਨੂੰ ਤਾਂ ਖੁਸ਼ੀ ਇਹ ਹੁੰਦੀ ਆ, ਸਾਡੀ ਜਿੱਤ ਆ, ਕਿ ਸਾਡੇ ਰਿਪੋਰਟਰ ਵੀ ਬਿਨਾਂ ਮਾਸਕ ਤੋਂ ਅੱਜ ਕੱਲ੍ਹ ਆ ਰਹੇ ਨੇ। ਈਵਨ ਮੇਰਾ ਇੱਕ ਪ੍ਰੋਟੈਸਟ ਲੁਧਿਆਣੇ ਦੇ ਵਿੱਚ ਇੱਕ ਪ੍ਰੋਟੈਸਟ ਹੋਇਆ ਸੀਗਾ, ਉਹਦੇ ਵਿੱਚ ਮੇਰੀ ਫੋਟੋ ਲਗਾਈ ਗਈ ਮੀਡੀਆ ਵੱਲੋਂ ਕਿ ਇਹ ਦੇਖੋ ਜੀ ਬਿਨਾਂ ਮਾਸਕ ਤੋਂ ਬੈਠੇ ਨੇ। ਸੋ ਆਈ ਐਮ ਵੈਰੀ ਥੈਂਕਫੁਲ ਟੂ ਯੂ ਕਿ ਅਸੀਂ ਆਜ਼ਾਦੀ ਦਾ ਇੱਕ ਪ੍ਰਤੀਕ ਬਣ ਰਿਹਾ ਕਿਸਾਨ ਅੰਦੋਲਨ, ਤੇ ਚੱਲੇ ਪੂਰੇ ਭਾਰਤ ਦੇ ਲੋਕ ਇਹਦੇ ਵਿੱਚ ਆਣ। ਜਿਹੜੇ ਲੋਕਾਂ ਦੀ ਜੌਬ ਗਈ ਆ ਲੋਕਡਾਊਨ ਦੇ ਦੌਰਾਨ, ਉਹ ਸਵਾਲ ਕਰਨ ਕਿ ਸਰਕਾਰਾਂ ਨੂੰ ਕਿ ਉਹਨਾਂ ਦੀ ਜੌਬ ਕਿਉਂ ਗਈ। ਅਗਰ ਲੋਕਡਾਊਨ ਸੀਗਾ, ਅਗਰ ਕਰੋਨਾ ਸੀਗਾ, ਤੇ ਅੱਜ ਕਰੋਨਾ ਕਿੱਥੇ ਗਿਆ? ਅਗਰ ਅੱਜ ਕਰੋਨਾ ਨਹੀਂ ਹੈ ਤਾਂ ਵੈਕਸੀਨ ਕਿੱਥੋਂ ਆ ਰਹੀ ਹੈ? ਸੋ ਪਲੀਜ਼ ਇਹ ਪੁੱਛੋ ਸਰਕਾਰ ਤੋਂ। ਸਰਕਾਰਾਂ ਨੇ ਯੂਐਸ ਦੀਆਂ ਗੱਲਾਂ ਮੰਨਣੀਆਂ ਹੀ ਆ, ਇਹਨਾਂ ਨੇ ਥੋਪਣਾ। ਹੋ ਸਕਦਾ ਆਉਣ ਵਾਲੇ ਟਾਈਮ 'ਚ ਇਹ ਆ ਜਾਵੇ ਕਿ ਤੁਸੀਂ 에ਅਰਲਾਈਨਸ 'ਚ ਨਹੀਂ ਜਾ ਸਕਦੇ, ਤੁਸੀਂ ਵੈਕਸੀਨ ਲਗਵਾਉਣੀ ਆ। ਸੋ ਹੋ ਸਕਦਾ ਇਹ ਵੀ ਕਹਿ ਦੇਣ ਕਿ ਤੁਹਾਡੀ ਬੈਂਕ ਟ੍ਰਾਂਜੈਕਸ਼ਨ ਨਹੀਂ ਕਰਨ ਦੇਵਾਂਗੇ ਕਿਉਂਕਿ ਤੁਸੀਂ ਵੈਕਸੀਨ ਨਹੀਂ ਲਵਾਈ, ਕਿਉਂਕਿ ਉਹ ਆਧਾਰ ਕਾਰਡ ਦੇ ਨਾਲ ਲਿੰਕ ਵੀ ਕਰਨਗੇ। ਤੇ ਮੇਰੇ ਵੀਰ ਜੀ ਆਪਾਂ ਕਿਹੜੀ ਜਗ੍ਹਾ ਤੋਂ ਆਏ ਆਪਾਂ? ਵੇਅਰ ਯੂ ਫਰੋਮ? Actually, I'm from Kerala. My name is Vipin Das. Organic farmer. So I'm also an organic farmer. I came here for the support for the farmers and those who are protesting against the these three leaves. For what reason you come here? See, actually, our Keralites, we support the farmers because without the farmers, there is no India. So our nation needs the farmers. So Japendra, he's my friend. He invited me past 2 weeks before. He invited me, and unfortunately, I came yesterday. So I am amazed because so many farmers, our Indian farmers, are gathered here. They are protesting. We are not against any political party. We are not against any political party. We are standing for the common people. We are standing for the farmers. That only. Even do you have find any terrorist here? Like national media is saying here is all everyone is terrorist. There is no terrorists here. They are the traditional people. They are the warriors. How they are saying they are the terrorists? There is they are not the terrorists. They are the protectors. They are the warriors. They are wearing the sword and other equipments for their traditional purpose. For their traditional purpose. There is no warriors. I didn't see any. I didn't see any. And what will you ask to your farmers? Like in Kerala, they have to come here. They have to join this event. Yeah, I think I hear the news from Kerala today. Some of every district is of 500 people are coming for supporting the farmers. Very districts. So all Kerala, we are not against any political party. We are supporting the farmers. That's the important thing. Without farmer, ਵੱਲੋਂ ਮੇਰੇ ਵੀਰ ਜੀ ਲੁਧਿਆਣੇ ਤੋਂ ਆ, ਕਰਨਾਟਕ ਤੋਂ ਉਹਨਾਂ ਦੇ ਫਰੈਂਡ ਆਏ ਆ, ਤੇ ਦੇਖੋ ਬਹੁਤ ਦੂਰ ਤੋਂ ਜਿਹੜੀ ਆ ਉਰੇ ਸੰਗਤ ਪਹੁੰਚਦੀ ਹੈ ਇਸ ਅੰਦੋਲਨ ਨੂੰ ਉੱਚੇ ਲੈ ਕੇ ਜਾਣ ਵਾਸਤੇ। ਇਸ ਰਿਪੋਰਟ ਕਰਨ ਵਾਸਤੇ ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ, ਜਿਸ ਟਾਈਮ ਦੇ ਨਾਲ